वाहिगुरू जी का खालसा वाहिगुरू जी की फतेह। दोस्तों तुहाडे सारिਆਂ ਦਾ बहुत बहुत स्वागत करते हैं जी अपने YouTube चैनल के उपर। सब तो पहला जी अगर तुसीं साडे चैनल ते नवे हो तो चैनल सबसक्राइब कर दिओ ते बैल आइकन दबा दिओ। सामने जो तुसीं पग देख रहे हो जिहदे विच कि लास्ट लड़ नवे तरीके का लाया है जी, पेचां वाला लास्ट लड़। ये वाली पग की वीडियो है जी, फुल डिटेल दे विच वीडियो आ। आओ आपां वीडियो शुरू करते हैं जी अपने बेस दे। जिहड़ा आपां बेस बन्नना जी वो तुहानूं मैं पहलां एक्सप्लेन कर दिंदा ये बेस क्यों बन्निया ते किहड़ा बेस आ। सब तो पहलां जिहड़े केस ने उन्हां नूं दो हिस्सिਆਂ ਦੇ ਵਿੱਚ डिवाइड करके एक पहला एक हिस्सा सिर दे आले दुआले घुमा के दूसरे केसां ਦੇ ਉੱਪਰ ਲਿਆਉਣਾ, फिर दूसरा घुमा के अगे लिया के दोनों हिस्सिਆਂ ਨੂੰ एक ਗੱਠ ਲਾਉਣੀ है सिंपल। उस तो बाद ਉਹਨਾਂ ਨੂੰ ਇਕੱਠੀ ਕਰਕੇ ਉਹਨਾਂ 'ਚ ਬਟਾ ਪਾ ਲੈਣਾ। ਬਟਾ ਪਾਉਣ ਨਾਲ ਕਿ ਜਿਹੜੀ ਆਪਾਂ ਗੱਠ ਦਿੱਤੀ ਆ ਉਹ ਟਾਈਟ ਹੋ ਜਾਂਦੀ ਆ। ਉਹਦੇ ਥੱਲੇ ਇਹ ਵਾਲੇ ਜਿਹੜੇ ਕੇਸ ਨੇ ਇਹਨਾਂ ਨੂੰ ਆਪਾਂ ਰੱਖ ਦੇਣਾ, ਆਪਣੀ ਜਿਹੜੀ ਗੱਠ ਉੱਥੇ ਟਿਕ ਜਾਣੀ ਆ। ਸੋ ਹੁਣ ਇਹਦੇ ਵਿੱਚ ਅੱਗੇ जो कपड़ा मैं यूज़ किया एक केसकी वाला बेस आ। ਇਹ 1 ਤੋਂ 1.5 मीटर की केसकी आ ਜਿਹੜੀ लंबे लोट ਨੂੰ चढ़ाई ਇਹਦੀ हाफ करके 1.5 मीटर के 2 टोटे कर लए ने। चढ़ाई हाफ कर ली, लंबे लोट ਨੂੰ ਕੱਟੀ ਹੋਈ ਆ ਇਹ। ਤੇ एक साइड ਤੇ मैं रुमाल पाया जी। रुमाल इस करके पाया क्योंकि ਜਿਹੜੀ मैं पग बन्ननी आ ਉਹ बन्ननी आ मैं फुੱਲ वैल ਦੀ। अगर रूबिया की होंदी तो सिंपल एक साइड ते रुमाल दे के चल जाना ही काम। फुੱਲ बैल दे विच ज़्यादा फलावट नहीं आउंदी कपड़े दे विच, इस करके जिहड़ी शेप आपां उस तरीके नाल देण दे लई आपां दोनों साइड रुमाल रखे ने। ते ये केसके वाला बेस इस करके रखा कि आसानी दे नाल जिहड़ा कि रुमाल आपां रखे ने एक जगह टिक जांदे आ, पग बन्नदे समय हिलदे नहीं हैगे, ढिल्ले नहीं हुंदे। तो ਜਿਹੜੇ ਵੀਰਾਂ ਨੂੰ ਪੱਗ ਦੀ ਸ਼ੇਪ ਨਹੀਂ ਬਣਾਉਣੀ ਆਉਂਦੀ, ਸ਼ੇਪ 'ਤੇ ਹੱਥ ਨਹੀਂ ਟਿਕਦਾ ਹੈਗਾ, ਅਤੇ ਉਹਨਾਂ ਲਈ ਇਹ ਦੋਨਾਂ ਪਾਸੇ ਕੱਪੜੇ ਵਾਲਾ ਬੇਸ ਸਭ ਤੋਂ ਵਧੀਆ, ਕਿਉਂਕਿ ਸ਼ੇਪ ਇਹਦੇ ਨਾਲ ਆਸਾਨੀ ਦੇ ਨਾਲ ਬਣ ਜਾਂਦੀ ਹੈ। ਕਿਉਂਕਿ ਇੱਕ ਆਪਾਂ ਸ਼ੇਪ ਪਹਿਲਾਂ ਹੀ ਆਪਣੇ ਸਿਰ ਦੇ ਆਲੇ ਦੁਆਲੇ ਦੇ ਲਈ ਆ, ਜਿਹਦੇ ਉੱਪਰ ਆਪਾਂ ਸਿਰਫ ਕੀਤੀ ਹੋਈ ਪੂਣੀ ਦੇ ਲੜ ਟਿਕਾਉਣੇ ਨੇ ਅਤੇ ਆਟੋਮੈਟਿਕਲੀ ਜਿਹੜੀ ਸ਼ੇਪ ਆ ਵਧੀਆ ਬਣ ਜਾਣੀ ਆ। ਦੂਸਰੀ ਗੱਲ ਜੀ, ਜਿਹੜੇ ਵੀਰ ਕੇਸਕੀ ਵਾਲਾ ਬੇਸ ਨਹੀਂ ਬੰਨਣਾ ਚਾਹੁੰਦੇ ਕੋਈ ਚੱਕਰ ਨਹੀਂ ਹੈਗਾ। ਤੁਸੀਂ ਕੀ ਕਰਨਾ, ਸਿੰਪਲ ਇੱਕ ਪਟਕਾ ਲੈਣਾ, ਕੇਸਾਂ ਦੇ ਉੱਪਰ ਆਪਣੇ ਇੱਕ ਪਟਕੇ ਦੀ ਗੱਠ ਦੇ ਕੇ ਜਿੱਦਾਂ ਪਟਕਾ ਬੰਨ੍ਹਦੇ ਉਵੇਂ ਪਟਕਾ ਬੰਨ੍ਹ ਲੈਣਾ ਹੈਗਾ। ਸੋ ਜਿਹੜਾ ਪਟਕੇ ਦਾ ਲੜ ਆਪਾਂ ਸਿਰ ਦੇ ਆਲੇ ਦੁਆਲੇ ਘੁਮਾਉਂਦੇ ਹੁੰਦੇ ਹਾਂ ਉਹਨੂੰ ਕੀ ਕਰਨਾ, ਤੁਸੀਂ ਜਦੋਂ ਇਸ ਸਾਈਡ ਤੋਂ ਆਪਣੀ ਲੈਫਟ ਸਾਈਡ ਤੋਂ ਘੁਮਾਉਣਾ ਤਾਂ ਜਾਂ ਤੁਸੀਂ ਰਾਈਟ ਵਾਲੇ ਪਾਸਿਓਂ ਪਹਿਲਾਂ ਘੁਮਾਉਣਾ, ਇੱਕ ਉੱਧਰ ਰੁਮਾਲ ਰੱਖ ਲੈਣਾ ਅਤੇ ਇੱਕ ਦੂਸਰੀ ਸਾਈਡ। ਉਹਦੇ ਵਿੱਚ ਅਗਰ ਤੁਸੀਂ ਰੁਮਾਲ ਨਹੀਂ ਪਾਉਣਾ ਚਾਹੁੰਦੇ ਤਾਂ ਇੱਕ ਇਹਦਾ ਹੋਰ ਸੋਲਿਊਸ਼ਨ ਹੁਣ ਮੈਂ ਦੱਸ ਦਿੰਦਾ। ਜਿਹੜੀ ਤੁਸੀਂ 50 ਬੰਨ੍ਹਣੀ ਆ ਉਹਦੇ ਸਾਈਡਾਂ 'ਤੇ ਆਲੇ ਦੁਆਲੇ ਰੁਮਾਲ ਰੱਖ ਕੇ ਵੀ ਤੁਸੀਂ ਜਿਹੜਾ ਕਿ ਬੇਸ ਆਪਣਾ ਐਡਜਸਟ ਕਰ ਸਕਦੇ ਹੋ। ਸੋ 3 ਤਰੀਕੇ ਤੁਹਾਨੂੰ ਮੈਂ ਦੱਸਦੇ ਆ, ਤਿੰਨੇ ਤਰੀਕੇ ਜਿਹੜੇ ਆ ਸਹੀ ਰਹਿਣਗੇ ਕਿਉਂਕਿ ਹਰ ਇੱਕ ਵੀਰ ਦਾ ਬੰਨਣ ਦਾ ਤਰੀਕਾ ਅਲੱਗ ਅਲੱਗ ਆ, ਕਿਸੇ ਨੂੰ ਕਿਹੜਾ ਬੇਸ ਸਹੀ ਹੁੰਦਾ, ਕਿਸੇ ਨੂੰ ਕਿਹੜਾ। ਸੋ ਇਹ ਚੀਜ਼ ਨੂੰ ਥੋੜ੍ਹਾ ਜਿਹਾ ਧਿਆਨ 'ਚ ਰੱਖਿਓ। ਅਤੇ ਹੁਣ ਜਿਹੜੀ ਪੱਗ ਆ ਜੀ, ਪੱਗ ਦੀ ਲੈਂਥ ਹੈਗੀ ਆ ਜੀ 7.5 ਮੀਟਰ। ਕੱਪੜਾ ਫੁੱਲ ਵੈਲ ਦਾ ਜੀ, ਪਿਓਰ ਫੁੱਲ ਵੈਲ, ਹਲਕਾ ਕੱਪੜਾ ਹੁੰਦਾ, ਸ਼ੇਪ ਛੋਟੀ ਬਣਦੀ, ਇਸ ਕਰਕੇ ਮੈਂ ਪਹਿਲਾਂ ਵੀ ਦੱਸਿਆ ਬੇਸ ਆਪਾਂ ਇਹ ਵੱਡਾ ਬੰਨਿਆ। ਥੋੜ੍ਹਾ ਜਿਹਾ ਪਾਣੀ ਲਾਇਆ ਪੱਗ ਨੂੰ, ਪੂਣੀ ਸਿੰਪਲ ਕੀਤੀ ਹੈ ਜੀ। ਅਤੇ ਜਿਹੜੇ ਵਲ ਪਾਉਣੇ ਉਹ ਵੀ ਆਪਾਂ ਸਿੰਪਲ ਹੀ ਪਾਵਾਂਗੇ। ਪਹਿਲਾ ਲੜ ਅੱਧੀ ਅੱਖ ਅਤੇ ਅੱਧੀ ਗੱਲ ਢੱਕ ਕੇ ਬਿਲਕੁਲ ਥੋੜ੍ਹੇ ਜਿਹੇ ਵਲ ਪਾ ਕੇ ਲਾ ਲੈਣਾ। ਦੂਸਰਾ ਲੜ ਪਹਿਲੇ ਲੜ ਦੇ ਬਿਲਕੁਲ ਉੱਪਰੋਂ ਦੀ ਲਿਆ ਕੇ ਕੀ ਕਰਨਾ ਜੀ, ਜਿਹੜਾ ਥੱਲੇ ਵਾਲਾ ਪਾਸਾ ਉਹਨਾਂ ਨੂੰ ਕੀ ਕਰਨਾ, 2-3 ਵਾਰ ਉਹਨਾਂ ਨੂੰ ਪਿੰਚ ਕਰਕੇ ਮੋੜਨਾ ਸੈਂਟਰ ਵਾਲੇ ਪਾਰਟ ਤੋਂ। ਜਿੰਨੇ ਕੁ ਆਪਾਂ ਤੋਂ ਵਲ ਬਣਦੇ ਨੇ ਇੱਕ ਵਾਰ ਆਪਾਂ ਸੈਂਟਰ ਦੇ ਲੜ ਟਿਕਾ ਲੈਣਾ। ਫਿਰ ਅੱਗੇ ਜਿਹੜਾ ਉਹ ਆਪਣਾ ਪੂਣੀ ਵਾਲਾ ਲਾੜਾ ਥੱਲੇ ਨੂੰ ਵਲਾਂ ਨੂੰ ਖਿੱਚ ਕੇ ਐਡਜਸਟ ਕਰਕੇ ਥੋੜ੍ਹੇ ਵਲ ਕਰਨੇ ਆ ਆਪਾਂ, ਜ਼ਿਆਦਾ ਵਲਾਂ 'ਤੇ ਕੌਨਸਨਟਰੇਟ ਨਹੀਂ ਕਰਨਾ ਹੈਗਾ। ਉਸ ਤੋਂ ਬਾਅਦ ਅਗਲਾ ਲੜ ਜਿਹੜਾ ਆਪਾਂ ਪਹਿਲਾਂ ਲੜ ਲਾਇਆ ਉਹ ਤੋਂ ਥੋੜ੍ਹਾ ਥੱਲੇ ਰੱਖਣਾ। ਇਸ ਤਰੀਕੇ ਨਾਲ ਹੱਥਾਂ ਦੇ ਨਾਲ ਮੋੜਨਾ ਕਦੇ ਨਹੀਂ ਭੁੱਲਣਾ ਹੈਗਾ। ਇਹ ਸਟੈਪ ਜ਼ਰੂਰ ਕਰਨਾ। ਪੱਗ ਦੇ ਵਿੱਚ ਸਫਾਈ ਆਊਗੀ, ਤੁਸੀਂ ਦੇਖ ਸਕਦੇ ਹੋ ਸਫਾਈ ਆਊਗੀ, ਸ਼ੇਪ ਵਧੀਆ ਬਣੂਗੀ। ਫਿਰ ਅਗਲਾ ਲੜ ਉਸੇ ਤਰੀਕੇ ਨਾਲ ਪੂਣੀ ਦਾ ਉੱਪਰਲਾ ਲੜ 2-3 ਵਾਰ ਆਪਾਂ ਇਕੱਠਾ ਕਰ ਲੈਣਾ। ਇਹਦੇ ਵਿੱਚ ਆਪਾਂ ਬਲ ਜ਼ਿਆਦਾ ਬਣਾਵਾਂਗੇ, ਥੱਲੇ ਵਾਲੇ ਲੜ ਨੂੰ ਵੀ ਨਾਲ ਲੈ ਲਾਂਗੇ। ਪਹਿਲਾਂ ਉੱਪਰਲਾ ਲੜ ਇਕੱਠਾ ਕਰਿਆ, ਫਿਰ ਅੰਗੂਠੇ ਦੇ ਨਾਲ ਥੱਲੇ ਵਾਲਾ ਲੜ ਇਕੱਠਾ ਕਰਕੇ ਐਜ਼ ਇਟ ਇਜ਼ ਉਹਨੂੰ ਆਪਾਂ ਉਵੇਂ ਹੀ ਉੱਪਰੋਂ ਉਂਗਲੀਆਂ ਨਾਲ ਮੋੜ ਕੇ ਲਾ ਦਾਂਗੇ। ਫਿਰ ਅੱਗੇ ਕੀ ਕਰਨਾ ਹੈਗਾ, ਜਿਹੜਾ ਉਹ ਆਪਣਾ ਲੜ ਆ ਵਾ ਉਹਦੇ ਜਿਹੜੇ ਆਪਾਂ ਬਾਲਾਂ ਦੀ ਥੋੜ੍ਹੀ ਜਿਹੀ ਸੈਟਿੰਗ ਕਰ ਲੈਣੀ ਆ। ਸੋ ਉਹਨਾਂ ਨੂੰ ਥੱਲਿਓਂ ਉੱਪਰ ਨੂੰ ਚੱਕ ਕੇ ਜਾਂ ਉੱਪਰੋਂ ਵਾਲੇ ਬਾਲਾਂ ਨੂੰ ਥੱਲੇ ਲਿਆ ਕੇ ਸੰਘਣੇ ਕਰ ਲੈਣਾ। ਇੱਕ ਤਾਂ ਇਹਨੂੰ ਬੰਨ੍ਹਣ ਨੂੰ ਟਾਈਮ ਘੱਟ ਲੱਗਦਾ, ਜਿਹੜਾ ਇਹ ਬਾਲਾਂ ਦਾ ਤਰੀਕਾ ਉੱਪਰ ਇਹਦੇ ਵਿੱਚ ਬਾਅਦ ਦੇ ਵਿੱਚੋਂ ਤੁਸੀਂ ਅੱਗੇ ਦੇਖੋਗੇ ਆਪਾਂ ਇਹਨਾਂ ਨੂੰ ਕਿੱਦਾਂ ਸੰਘਣੇ ਕਰ ਦੇਣੇ ਆ। ਸੋ ਹੁਣ ਇਹ ਤਰੀਕਾ ਦੇਖੋ, ਜਿੱਥੇ ਆਪਣਾ ਤੀਸਰਾ ਲੜ ਲੱਗਿਆ ਜਾਂ ਹੁਣ ਇਹ ਲੜ ਲੱਗੂ ਉੱਥੇ ਤੱਕ ਆਪਣਾ ਬੇਸ ਦੇ ਕੱਪੜੇ ਨੇ ਕਵਰ ਕਰਤਾ, ਉੱਥੋਂ ਸ਼ੇਪ ਜਿਹੜੀ ਬਾਹਰ ਆ ਗਈ। ਆਹ ਲੜ ਫਿਰ ਉਸੇ ਤਰ੍ਹਾਂ
ਉੱਪਰਲੇ ਪਾਸਿਓਂ ਨਾਲ ਦੀ ਨਾਲ ਮੋੜਨਾ, ਪੂਰਾ ਲੜ ਥੱਲੇ ਤੱਕ ਖੋਲ੍ਹ ਲੈਣਾ ਜੀ, ਪਤਲਾ ਪਾਸਾ। ਇਹੀ ਲੜ ਨੂੰ ਆਪਾਂ ਇਕੱਠਾ ਕਰਕੇ ਜਿਹੜੇ ਆ ਬਲ ਬਣਾ ਲੈਣੇ ਨੇ। ਸੋ ਤੁਸੀਂ ਜ਼ਿਆਦਾ ਮੈਕਸੀਮਮ ਜੇ ਤੁਹਾਨੂੰ ਚਾਹੁੰਦੇ ਹੋ ਕਿ ਬਲ ਹੋਰ ਜ਼ਿਆਦਾ ਚਾਹੀਦੇ ਆ, ਕਿਉਂਕਿ ਬਲਾਂ ਵਾਲੀਆਂ ਬਹੁਤ ਸਾਰੀਆਂ ਵੀਡੀਓ ਚੈਨਲ 'ਤੇ ਪਾਈਆਂ ਹੋਈਆਂ ਨੇ। ਮੇਨ ਮੋਟਿਵ ਇਹਦੇ ਵਿੱਚ ਆਪਾਂ ਜਿਹੜਾ ਲਾਸਟ ਲੜ ਇੱਕ ਪੱਗ ਦੀ ਮੇਨ ਸ਼ੇਪ ਉਹਦੇ ਬਾਰੇ ਦੱਸਣਾ ਸੀਗਾ। ਅਤੇ ਵੈਸੇ ਜਿਹੜੇ ਵੀਰ ਬਲਾਂ ਵਾਲੀ ਪੱਗ ਸਟਾਰਟ ਕਰ ਰਹੇ ਆ, ਸਟਾਰਟਿੰਗ ਜਾਂ ਜਿਨ੍ਹਾਂ ਦੀ ਸਟਾਰਟਿੰਗ ਆ, ਜੋ ਸਿੰਪਲ ਤਰੀਕੇ ਨਾਲ ਬਲ ਪਾਉਂਦੇ ਆ, ਸੋ ਉਹਨਾਂ ਲਈ ਇਹ ਵੀਡੀਓ ਉਹਨਾਂ ਲਈ ਵੀ ਵਧੀਆ ਹੋਊਗੀ, ਕਿਉਂਕਿ ਬਲਾਂ ਦਾ ਤਰੀਕਾ ਜਿਹੜਾ ਸਿੰਪਲ ਆ। ਸੋ ਜਿੰਨੇ ਕੁ ਆਪਾਂ ਨੂੰ ਐਵਰੇਜ ਦੇ ਬਲ ਚਾਹੀਦੇ ਹੁੰਦੇ ਆ ਵਧੀਆ ਤਰੀਕੇ ਨਾਲ ਪੈ ਜਾਂਦੇ ਆ। ਬਾਕੀ ਸੂਈ ਦੇ ਨਾਲ ਕਿਸ ਤਰੀਕੇ ਨਾਲ ਦੇਖੋਗੇ ਆਪਾਂ ਬਾਅਦ ਦੇ ਵਿੱਚੋਂ ਉਹਨਾਂ ਨੂੰ ਸੰਘਣੇ ਕਰ ਦੇਣਾ। ਅਤੇ ਜਿਹੜੇ ਆਪਣੇ ਰਾਈਟ ਸਾਈਡ ਦੇ ਜਿੰਨੇ ਵੀ ਲੜ ਹੋਣਗੇ, ਮੋਟਾ ਪਾਸਾ ਪੂਣੀ ਦਾ ਉੱਪਰ ਜਾਊਗਾ, ਪਤਲੇ ਖੁੱਲ੍ਹਦੇ ਪਾਸੇ ਦੋਨੇ ਥੱਲੇ ਆਉਣਗੇ ਪੂਣੀ ਦੇ। ਲੜਾਂ ਨੂੰ ਉੱਪਰਲੇ ਪਾਸਿਓ ਦੇਖੋ ਚੰਗੀ ਤਰ੍ਹਾਂ ਮੋੜਨਾ, ਕਦੇ ਨਹੀਂ ਸਕਿੱਪ ਕਰਨਾ ਇਹ ਚੀਜ਼। ਜਿੰਨਾ ਚਿਰ ਉਹਨਾਂ ਨੂੰ ਆਪਾਂ ਨਹੀਂ ਮੋੜਾਂਗੇ, ਪੱਗ ਦੀ ਇੱਕ ਤਾਂ ਸ਼ੇਪ ਨਹੀਂ ਵਧੀਆ ਆਉਣੀ, ਲੜਾਂ ਦੇ ਵਿੱਚ ਜਿਹੜੀ ਸਫਾਈ ਨਹੀਂ ਵਧੀਆ ਆਉਣੀ। ਉਹ ਪੂਰੀ ਪੱਗ ਬੰਨੀ ਹੋਈ ਤਾਂ ਹੀ ਸੋਹਣੀ ਲੱਗਦੀ ਆ ਅਗਰ ਉਹਦੀ ਇੱਕ ਪ੍ਰੋਪਰ ਸ਼ੇਪ ਆ। ਪ੍ਰੋਪਰ ਸ਼ੇਪ ਦੇ ਲਈ ਉਹੀ ਦੋਨਾਂ ਸਾਈਡਾਂ ਤੋਂ ਰਾਈਟ ਸਾਈਡ ਲੜ ਲਾਉਣੇ ਉੱਪਰੋਂ ਮੋੜਨੇ ਆ, ਲੈਫਟ ਸਾਈਡ ਤੋਂ ਜਿੰਨੇ ਲੜ ਲਾਉਣੇ ਆ, ਨਾਲ ਦੀ ਨਾਲ ਜਿਹੜੀ ਪੱਗ ਆਪਾਂ ਉੱਪਰਲੇ ਪਾਸਿਓਂ ਲੜਾਂ ਨੂੰ ਜਦ ਆਪਾਂ ਲਾਉਂਦੇ ਜਾਣਾ ਹੈ, ਨਾਲ ਦੀ ਨਾਲ ਆਪਾਂ ਮੋੜਦੇ ਜਾਣਾ ਹੈ। ਸੋ ਇਹ ਜਿਹੜੀ ਵੀਡੀਓ ਸੀਗੀ ਇਹ ਕਾਫੀ ਟਾਈਮ ਪਹਿਲਾਂ ਬਣਾਉਣੀ ਸੀ, ਬਸ ਕੁਛ ਇੱਦਾਂ ਦੇ ਟੋਪਿਕ ਸੀਗੇ ਜਿਹੜੇ ਕਿ ਪਹਿਲਾਂ ਲਿਆਉਣੇ ਪੈ ਗਏ, ਉਹਦੇ ਕਰਕੇ ਥੋੜ੍ਹੀ ਜਿਹੀ ਲੇਟ ਹੋ ਗਈ। ਅਤੇ ਜਿਹੜਾ ਹੁਣ ਆਪਣਾ 6ਵਾਂ ਪੇਚ ਹੋਊਗਾ, ਇਹਨੂੰ ਆਪਾਂ ਜੀ ਸਾਫ਼ ਲਾਵਾਂਗੇ। ਅਤੇ ਇਹਨੂੰ ਤੁਸੀਂ ਵਲਾਂ ਵਾਲਾ ਵੀ ਲਾ ਸਕਦੇ ਹੋ। ਵੈਸੇ ਇਹਨੂੰ ਆਪਾਂ ਸਾਫ਼ ਇਸ ਕਰਕੇ ਲਾਉਣਾ ਕਿਉਂਕਿ ਆਪਾਂ ਜਿਹੜਾ ਲਾਸਟ ਲੜ ਲਾਉਣਾ ਉਹ ਪੇਚਾਂ ਵਾਲਾ ਲਾਉਣਾ। ਸੋ ਥੋੜ੍ਹਾ ਜਿਹਾ ਇੱਕ ਕੋਂਬੀਨੇਸ਼ਨ ਬਣਾਉਣ ਦੇ ਲਈ ਇਹਨੂੰ ਆਪਾਂ ਸਾਫ਼ ਲਾਵਾਂਗੇ, ਕਿਉਂਕਿ ਅਗਰ ਇਹਨੂੰ ਆਪਾਂ ਵਲਾਂ ਵਾਲਾ ਲਾਉਂਦੇ ਹਾਂ ਫਿਰ ਉਹ ਜਿਹੜਾ ਆਪਣਾ ਲਾਸਟ ਲੜ ਆਪਾਂ ਲਾਉਣਾ ਉਹਦੀ ਥੋੜ੍ਹੀ ਜਿਹੀ ਗਰੇਸ ਘੱਟ ਜਾਣੀ ਆ। ਸੋ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪੂਰੀ ਸਫਾਈ ਨਾਲ ਉੱਪਰਲੇ ਅਤੇ ਥੱਲੇਲੇ ਪਾਸੇ ਦੋਨਾਂ ਸਾਈਡਾਂ ਤੋਂ ਮੋੜ ਕੇ ਜਿੰਨਾ ਲੜ ਲਾਈ ਜਾਣਾ ਜੀ, ਉਹਦੇ ਉੱਤੇ ਪ੍ਰੈਸ ਕਰੀ ਜਾਣੀ ਆ ਹੱਥ ਦੇ ਨਾਲ, ਸਫਾਈ ਹੋਰ ਜ਼ਿਆਦਾ ਲੜ ਦੇ ਵਿੱਚ ਆ ਜਾਂਦੀ ਆ। ਸੋ ਉਸ ਤੋਂ ਬਾਅਦ ਫਿਰ ਅੱਗੇ ਆਪਣੇ ਜਿਹੜੇ ਬਲ ਨੇ ਇਹਨਾਂ ਨੂੰ ਆਪਾਂ ਸੈੱਟ ਕਰਨਾ, ਲਾਸਟ ਲੜ ਉਸ ਤੋਂ ਆਪਾਂ ਬਾਅਦ ਦੇ ਵਿੱਚ ਲਾਉਣਾ। ਸੋ ਹੁਣ ਦੇਖੋ ਜਿਹੜੇ ਆਪਣੇ ਬਲ ਸੀਗੇ ਉਹਨਾਂ ਨੂੰ ਆਪਾਂ ਕੀ ਕਰਨਾ, ਸੂਈ ਲਈ ਆ ਮੈਂ, ਇਹ ਥੋੜ੍ਹੀ ਜਿਹੀ ਆਮ ਸੂਈਆਂ ਨੂੰ ਥੋੜ੍ਹੀ ਜਿਹੀ ਮੋਟੀ ਸੂਈ ਆ, ਕਿਸੇ ਵੀ ਸ਼ੌਪ ਤੋਂ ਤੁਹਾਨੂੰ ਆਸਾਨੀ ਨਾਲ ਮਿਲ ਜੂਗੀ ਇਹ। ਸੋ ਥੋੜ੍ਹਾ ਜਿਹਾ ਬਾਜ ਦਾ ਵੀ ਕੰਮ ਕਰ ਦਿੰਦੀ ਆ ਅਤੇ ਸੂਈ ਤੋਂ ਥੋੜ੍ਹੀ ਜਿਹੀ ਹੈਵੀ ਵੀ ਆ, ਮੋਟੀ ਵੀ ਆ। ਅਤੇ ਇਹਦੇ ਨਾ ਤਾਂ ਮੁੱਚਦੀ ਆ ਇਹ, ਨਾ ਪੱਗ 'ਤੇ ਕੋਈ ਇਫੈਕਟ ਪੈਂਦਾ। ਬਾਜ ਦਾ ਕੰਮ ਮੈਂ ਇਸ ਕਰਕੇ ਕਿਹਾ, ਕਈ ਵਾਰ ਸਫਾਈ ਵੀ ਪੇਚਾਂ 'ਚ ਕਰ ਦਿੰਦੀ ਆ। ਸੋ ਦੇਖੋ ਜਿਹੜੇ ਆਪਾਂ ਬਲ ਪਾਏ ਸੀ ਸਿੰਪਲ ਪਾਏ ਸੀਗੇ, ਕੋਈ ਜ਼ਿਆਦਾ ਉਹਨਾਂ ਦੇ ਵਿੱਚ ਆਪਾਂ ਗਹਿਰਾਈ 'ਚ ਨਹੀਂ ਗਏ ਹੈਗੇ। ਕਈ ਵਾਰ ਕੀ ਹੁੰਦਾ ਜਿਹੜੇ ਵੀਰ ਅਜੇ ਸਟਾਰਟ ਕਰ ਰਹੇ ਨੇ ਬਲਾਂ ਵਾਲੀ ਜਾਂ ਪ੍ਰੋਪਰ ਨਹੀਂ ਹੱਥ ਟਿਕਿਆ, ਮੈਂ ਇੱਦਾਂ ਦਾ ਤਰੀਕਾ ਤੁਹਾਨੂੰ ਦੱਸਦਾ ਕਿ ਮੈਕਸੀਮਮ ਪੇਚ ਆਪਾਂ ਇੱਦਾਂ ਪਾਉਣੇ ਆ। ਉਹਦੇ ਚੱਕਰ ਦੇ ਵਿੱਚ ਕੀ ਹੁੰਦਾ, ਸ਼ੇਪ ਖਰਾਬ ਹੋ ਜਾਂਦੀ ਆ, ਕਿਉਂਕਿ ਜਿਹੜਾ ਤੁਹਾਡਾ ਪਹਿਲਾਂ ਹੱਥ ਟਿਕਿਆ ਹੁੰਦਾ, ਇੱਕਦਮ ਜਦੋਂ ਤੁਸੀਂ ਕਿਸੇ ਹੋਰ ਦਾ ਤਰੀਕਾ ਅਪਣਾਉਂਦੇ ਹੋ ਜਾਂ ਹੱਥ ਚੇਂਜ ਕਰਦੇ ਹੋ ਤਾਂ ਕੀ ਆ ਜਿਹੜੀ ਪਹਿਲਾਂ ਵਾਲੀ ਸ਼ੇਪ ਹੁੰਦੀ ਆ ਉਹਦੇ ਤੋਂ ਵੀ ਬੰਦਾ ਜਾਂਦਾ ਲੱਗਦਾ, ਕਈ ਵਾਰ ਦੂਸਰੀ ਸ਼ੇਪ ਆਪਾਂ ਨੂੰ ਆਉਂਦੀ ਨਹੀਂ। ਉਹ ਇਸ ਕਰਕੇ ਜਿਹੜੀ ਮੇਨ ਸ਼ੇਪ ਆਪਾਂ ਆਪਣੇ ਹੱਥ ਦੀ ਉਹ ਨਹੀਂ ਹਿਲਾਉਣੀ, ਸਗੋਂ ਉਹਦੇ ਵਿੱਚ ਹੀ ਇੰਪਰੂਵ ਕਰਕੇ ਜਿਹੜੀ ਪੱਗ ਆਪਾਂ ਸੋਹਣੀ ਬਣਾਉਣੀ ਆ। ਸੋ ਸਿੰਪਲ ਤਰੀਕੇ ਦੇ ਵਿੱਚ ਬਲ ਦੱਸੇ ਸੀਗੇ। ਸੋ ਹੁਣ ਜਿਹੜੀ ਉਹ ਸੂਈ ਆ ਉਹ ਤੁਸੀਂ ਦੇਖ ਸਕਦੇ ਹੋ, ਜਿਹੜੇ ਬਲ ਲਾਏ ਨੇ ਉਹਨਾਂ ਨੂੰ ਸੰਘਣੇ ਕਰੀ ਜਾਂਦੀ ਆ। ਸੋ ਇਹ ਸਿੰਪਲ ਜਿਹਾ ਇੱਕ ਬੇਸਿਕ ਤਰੀਕਾ ਦੱਸਿਆ ਸੀ। ਉਸ ਤੋਂ ਬਾਅਦ ਫਿਰ ਆਪਾਂ ਆਪਣਾ ਲਾਸਟ ਲੜ ਲਾਉਣਾ ਜੀ। ਲਾਸਟ ਲੜ ਲਾਉਣ ਲਈ ਸੈਂਟਰ ਦੇ ਵਿੱਚ ਪਹਿਲਾਂ ਆਪਾਂ ਪਿੰਨ ਲਾਵਾਂਗੇ। ਅਤੇ ਹੁਣ ਇਹ ਜਿਹੜੀ ਮੇਨ ਵੀਡੀਓ ਆ ਇਹ ਲਾਸਟ ਲੜ ਦੀ ਜਾਂ ਪੂਰੀ ਓਵਰਆਲ ਜਿਹੜੀ ਵੀਡੀਓ ਸੀਗੀ ਇਹ ਹੁਣ ਸ਼ੁਰੂ ਹੁੰਦੀ ਆ। ਸੋ ਦੇਖੋ ਲਾਸਟ ਲੜ ਨੂੰ ਪੂਰਾ ਚੜਾਈ ਦੇ ਵਿੱਚ ਕਰ ਲੈਣਾ, ਥੱਲਿਓਂ ਉੱਪਰੋਂ ਅਤੇ ਉੱਪਰੋਂ ਥੱਲੇ ਨੂੰ ਮੋੜ ਕੇ ਉਹਨੂੰ ਥੱਲਿਓਂ ਸਭ ਤੋਂ ਪਹਿਲਾਂ ਸੈੱਟ ਕਰਨਾ ਜੀ, ਕਿਉਂਕਿ ਥੱਲੇ ਵਾਲਾ ਜਿਹੜਾ ਪੇਚ ਆ ਉੱਥੋਂ ਆਪਾਂ ਸਟਾਰਟਿੰਗ ਕਰਨੀ ਆ। ਪੂਰਾ ਉੱਪਰ ਤੱਕ ਲੜ ਖੋਲ੍ਹ ਲੈਣਾ। ਫਿਰ ਕੀ ਕਰਨਾ, ਜਿੰਨਾ ਤੁਸੀਂ ਪੇਚ ਰੱਖਣਾ ਥੋੜ੍ਹਾ ਜਿਹਾ ਡੂੰਘਾਈ ਦੇ ਵਿੱਚ ਬਣਾਇਓ, ਵਧੀਆ ਰਹਿੰਦਾ, ਖੁੱਲ੍ਹਦੇ ਵੀ ਨਹੀਂ ਪੇਚ। ਇਸ ਤਰੀਕੇ ਨਾਲ ਪੇਚ ਨੂੰ ਮੋੜ ਕੇ ਇਹਦੇ ਵਿੱਚ ਇੱਕ ਪੇਚ ਬਣਾ ਲੈਣਾ। ਇੱਕ ਪੇਚ ਬਣ ਗਿਆ, ਫਿਰ ਅੱਗੋਂ ਜਿੱਥੋਂ ਪੇਚ ਖਤਮ ਹੋਇਆ ਅੰਗੂਠੇ ਨਾਲ ਉੱਥੋਂ ਫੜ ਲੈਣਾ ਤਾਂ ਜੋ ਪੇਚ ਖੁੱਲ੍ਹੇ ਨਾ ਅਤੇ ਇੱਕ ਸਾਰ ਪੂਰਾ ਸਟਰੇਟ ਆਪਣਾ ਜਿਹੜਾ ਪੇਚ ਬਣੇ। ਫਿਰ ਉੱਪਰੋਂ ਹੋਰ ਥੋੜ੍ਹਾ ਜਿਹਾ ਆਪਾਂ ਅੰਗੂਠੇ ਨਾਲ ਫੜ ਕੇ ਪੇਚ ਨੂੰ ਥੱਲੇ ਨੂੰ ਖਿੱਚਦੇ ਜਾਣਾ ਹੈ। ਜਦੋਂ 2 ਪੇਚ ਬਣ ਗਏ ਲਾਸਟ ਲੜ ਨੂੰ ਉੱਪਰ ਟੰਗ ਦਿਓ। ਫਿਰ ਦੋਨਾਂ ਹੱਥਾਂ ਦੇ ਨਾਲ ਜਿਹੜੇ ਤੁਸੀਂ ਉੱਪਰੋਂ ਕੱਪੜਾ ਖਿੱਚ ਕੇ ਪੇਚ ਬਣਾ ਸਕਦੇ ਹੋ।
सो इत्थे एक तुहानूं मैं पहले ही गल दसदा कि घट्टो घट्ट तुसीं 4 पेच बना सकदे हो एक लड़ दे विचों, लास्ट लड़ दे विचों। जिन्ने घट्ट लड़ होणगे उन्नी मोटाई उन्हां 'च ज़्यादा मिल जूगी तुहानूं। ਉਹੀ ਇੱਕ ਸਿੰਗਲ ਕੱਪੜੇ ਨੂੰ ਜ਼ਿਆਦਾ ਖਿੱਚ ਕੇ ਜ਼ਿਆਦਾ ਲੜ ਬਣਾਓਗੇ, ਥੋੜ੍ਹੇ ਥੋੜ੍ਹੇ ਪਤਲੇ ਹੁੰਦੇ ਜਾਣਗੇ ਕਿਉਂਕਿ ਲਾਸਟ ਲੜ ਦੇ ਵਿੱਚ ਕੱਪੜਾ ਘੱਟ ਹੁੰਦਾ। ਸੋ ਇਹਨਾਂ ਨੂੰ ਮੋਟੇ ਕਰਨ ਦਾ ਤਰੀਕਾ ਵੀ ਅੱਗੇ ਦੱਸੂਗਾ। ਪਹਿਲਾਂ ਆਪਾਂ ਇਹਨਾਂ ਦਾ ਇੱਕ ਬੇਸ ਜਿਹਾ ਧਰ ਲੈਣਾ, ਲੜ ਆਪਾਂ ਤਿਆਰ ਕਰਨੇ ਆ। ਅੱਗੋਂ ਫਿਰ ਜਿਵੇਂ ਕਹਿੰਦੇ ਹੁੰਦੇ ਮਿਸਤਰੀ ਪਹਿਲਾਂ ਚਣਾਈ ਕਰਦਾ, ਫਿਰ ਪਲਾਸਟਰ ਕਰਕੇ ਰੈਨੋਵੇਟ ਬਾਅਦ 'ਚੋਂ ਕਰਦਾ, ਅਤੇ ਆਪਾਂ ਪਹਿਲਾਂ ਇਹਨਾਂ ਦੀ ਇੱਕ ਨੀਂਹ ਧਰੀ ਆ। ਸੋ ਵੀਡੀਓ ਦੇ ਵਿੱਚ ਕੋਈ ਕੱਟ ਵੱਢ ਨਹੀਂ ਕੀਤੀ ਜੀ, ਬਿਲਕੁਲ ਪ੍ਰੋਪਰ ਦਿਖਾਇਆ ਹੋਇਆ ਕਿ ਕਿਵੇਂ ਬਣਨੇ ਆ, ਕਿਵੇਂ ਸੈਟਿੰਗ ਕਰਨੀ ਆ, ਸਾਰਾ ਕੁਛ। ਸੋ ਇਹ ਚੀਜ਼ ਨੂੰ ਧਿਆਨ 'ਚ ਰੱਖਿਓ। ਦੇਖੋ 1 2 3 4 ਅਤੇ 5ਵਾਂ ਪੇਜ ਆਪਣਾ ਬਣ ਗਿਆ। ਸੋ ਇਸ ਤੋਂ ਬਾਅਦ ਇਹਦੀ ਜਦੋਂ ਪੂਰੀ ਸੈਟਿੰਗ ਕਰ ਲਈ, ਫਿਰ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਪੇਜ ਬਣਾ ਸਕਦੇ ਹੋ, ਕਿਉਂਕਿ ਸਟਾਰਟਿੰਗ ਹਮੇਸ਼ਾ ਘੱਟ ਤੋਂ ਕਰੋ। ਪਹਿਲਾਂ ਹੀ ਆਪਾਂ ਨਹੀਂ ਚਾਹੁੰਦੇ ਕਿ ਤੁਸੀਂ 6 ਲੜ ਬਣਾ ਲਓ, ਤੁਸੀਂ 3 ਲੜ ਬਣਾ ਕੇ ਦੇਖੋ ਜਾਂ 4 ਬਣਾ ਕੇ ਦੇਖੋ। ਜਦੋਂ ਐਨ ਪ੍ਰੋਪਰ ਸਹੀ ਆ ਗਿਆ, ਫਿਰ ਉਹਨਾਂ ਦੀ ਗਿਣਤੀ ਵਧਾ ਕੇ ਜਿਹੜਾ ਤੁਸੀਂ ਲਾੜਾ ਉਹ ਲਾਉਣਾ। ਸੋ ਹੁਣ ਅੰਗੂਠੇ ਨਾਲ ਜਿੱਥੋਂ ਲੜ ਆਪਾਂ ਮੋੜਨਾ ਫੜਿਆ ਹੈ ਉੱਥੇ ਤੱਕ ਇੱਕ ਸਾਰ ਜਿਹੜੇ ਇਹ ਲੜ ਆਪਾਂ ਕਰ ਲੈਣੇ ਨੇ, ਤਾਂ ਜੋ ਜਦੋਂ ਆਪਾਂ ਲੜ ਨੂੰ ਮੋੜੀਏ ਸੋ ਇਹ ਖਰਾਬ ਨਾ ਹੋਣ। ਕਿਉਂਕਿ ਅਗਰ ਜਿੱਥੋਂ ਆਪਾਂ ਸੈਂਟਰ ਵਾਲਾ ਲੜ ਪਾਸਾ ਮੋੜਨਾ ਉੱਥੋਂ ਇਹ ਚੀਜ਼ ਖਰਾਬ ਹੋ ਗਈ, ਫਿਰ ਆਪਣੇ ਪੇਚ ਲਾਏ ਵੀ ਸੋਹਣੇ ਨਹੀਂ ਲੱਗਣੇ। ਸੋ ਹੁਣ ਜਿੱਥੇ ਆਪਾਂ ਪਿੰਨ ਲਾਇਆ ਸੀਗਾ ਉੱਥੇ ਕੀ ਕਰਨਾ, ਇਹ ਜਿਹੜਾ ਆਪਣਾ ਲਾਸਟ ਲੜ ਆਪਾਂ ਥੱਲੇ ਲਿਆ ਕੇ ਮੋੜਨਾ। ਸੋ ਇੱਕ ਆਹ ਬਾਜ ਦੇ ਨਾਲ ਇੱਥੋਂ ਆਹ ਚੀਜ਼ ਫੇਰ ਕੇ ਸਫਾਈ ਵੀ ਕਰ ਲਿਆ ਕਰੋ। ਸੋ ਹੁਣ ਪੇਚਾਂ ਨੂੰ ਜਦੋਂ ਆਪਾਂ ਲੜ ਆਪਣਾ ਦੇਖੋ ਆਪਣੇ ਨੀਂਹ ਇਹਨਾਂ ਦੀ ਧਰ ਲਈ, ਇੱਕ ਬੇਸ ਇਹਨਾਂ ਦਾ ਬਣ ਗਿਆ, ਜਗ੍ਹਾ ਬਣ ਗਈ ਪੇਚਾਂ ਦੀ। ਅੱਗੋਂ ਇਹਨਾਂ ਨੂੰ ਆਪਾਂ ਹੋਰ ਜ਼ਿਆਦਾ ਵਧੀਆ ਲੜ ਆਪਾਂ ਪੂਰਾ ਮੋੜ ਕੇ ਬਣਾਵਾਂਗੇ, ਕਿਉਂਕਿ ਅਗਰ ਆਪਾਂ ਇਹਨਾਂ ਨੂੰ ਹੁਣੀ ਪੂਰੇ ਮੋਟੇ 3D ਕਰਕੇ ਆਪਾਂ ਬਣਾ ਲਿਆ, ਫਿਰ ਉਸ ਤੋਂ ਬਾਅਦ ਜਦੋਂ ਆਪਾਂ ਲੜ ਨੂੰ ਮੋੜਾਂਗੇ, ਜਿੱਥੇ ਆ ਕੇ ਲੜ ਨੇ ਇਕੱਠਾ ਹੋ ਕੇ ਪਿੰਨ ਕੋਲ ਮੁੜਨਾ, ਇਹਨਾਂ ਨੇ ਇਕੱਠੇ ਹੋ ਜਾਣਾ। ਉਹ ਕੀਤੀ ਕਰਾਈ ਮਿਹਨਤ ਆਪਣੀ ਖਰਾਬ ਹੋਣੀ ਆ। ਇਸ ਕਰਕੇ ਪਹਿਲਾਂ ਤੁਸੀਂ ਲਾਸਟ ਲੜ ਮੋੜ ਲੈਣਾ, ਫਿਰ ਅੱਗੋਂ ਇਹਨਾਂ ਨੂੰ ਜਿਹੜਾ ਕਿ ਬਣਾਉਣਾ ਸ਼ੁਰੂ ਕਰਨਾ। ਇੱਕ ਇਹਦਾ ਤਰੀਕਾ ਹੋਰ ਇਹ ਵੀ ਸੀਗਾ ਕਿ ਤੁਸੀਂ ਪਹਿਲਾਂ ਲਾਸਟ ਲੜ ਸਿੰਪਲ ਲਾ ਕੇ ਮੋੜ ਕੇ ਉਹਦੇ ਬਾਅਦ ਦੇ ਵਿੱਚੋਂ ਉਹਦੇ ਲੜ ਬਣਾ ਸਕਦੇ ਹੋ। ਬਟ ਉਹਦੇ ਨਾਲ ਕੀ ਹੋਊਗਾ, ਜਿੱਥੇ ਪਿੰਨ ਲਾ ਕੇ ਲੜ ਮੋੜਿਆ ਹੋਇਆ ਉੱਥੋਂ ਉਹਨਾਂ ਦਾ ਮਤਲਬ ਸਰਕਲ ਜਿਹਾ ਹਿੱਲ ਜਾਂਦਾ ਪਿੱਛਾਂ ਦਾ। ਸੋ ਇਹ ਚੀਜ਼ ਇੱਕ ਆਏ ਆ ਮੇਨ ਚੀਜ਼ ਬਣਾਉਣੀ ਅਗਰ ਆਪਾਂ ਨੂੰ ਸਿੱਖ ਗਏ ਹੈ ਨਾ, ਫਿਰ ਆਪਾਂ ਨੂੰ ਉਹ ਚੀਜ਼ ਆਪਾਂ ਧੋਖਾ ਨਹੀਂ ਖਾਂਦੇ, ਚਾਹੇ ਆਪਾਂ ਬਾਅਦ ਦੇ ਵਿੱਚੋਂ ਬਣਾ ਲਈਏ ਪਹਿਲਾਂ ਬਣਾ ਲਈਏ। ਅਤੇ ਹੁਣ ਇਹਨਾਂ ਦੀ ਆਪਾਂ ਦੇਖੋ ਸਫਾਈ ਕਰਨੀ ਆ। ਕੋਸ਼ਿਸ਼ ਕਰੋ ਪਹਿਲਾਂ ਤੁਸੀਂ ਬਾਜ ਫੇਰੋ। ਅਗਰ ਤੁਸੀਂ ਡੂੰਘੇ ਪੇਚ ਬਣਾਏ ਨੇ ਉਹਨਾਂ ਨੂੰ ਬਾਜ ਫੇਰ ਕੇ ਉਹਨਾਂ ਨੇ ਥੱਲਿਓਂ ਮੁੜ ਕੇ ਡਬਲ ਹੋ ਜਾਣਾ। ਅਤੇ ਉਸ ਤੋਂ ਬਾਅਦ ਜਦੋਂ ਇੱਕ ਸਾਰ ਤੁਹਾਡੇ ਪੇਚ ਹੋ ਗਏ, ਫਿਰ ਉਹਨਾਂ ਨੂੰ ਅੰਗੂਠੇ ਨਾਲ ਅਤੇ ਉਂਗਲੀ ਨਾਲ ਉਹਨਾਂ ਨੂੰ ਪਿੰਚ ਕਰਨਾ, ਜਿਵੇਂ ਆਪਾਂ 3D ਲੜ ਬਣਾਉਣ ਵੇਲੇ ਕਰਦੇ ਹੁੰਦੇ ਹਾਂ। ਸੋ ਫਿਰ ਕੀ ਆ, ਇਹਨਾਂ ਨੇ ਜਿਹੜੇ ਆਪਣੇ ਪੇਚ ਨੇ ਇਹਨਾਂ ਨੇ 3D ਹੋ ਜਾਣਾ, ਅਤੇ ਜਿਹੜੀ ਆਪਾਂ ਚੀਜ਼ ਬਣਾਉਣਾ ਚਾਹੁੰਦੇ ਸੀ ਉਹ ਆਪਣੇ ਸਾਹਮਣੇ ਬਣਨੀ ਸਟਾਰਟ ਹੋ ਗਈ। ਦੇਖੋ ਉੱਪਰ ਤੋਂ ਥੱਲੇ ਨੂੰ ਇਹ ਚੀਜ਼ ਸਟਾਰਟ ਕਰ ਲਿਓ, ਕਿਉਂਕਿ ਅਗਰ ਆਪਾਂ ਥੱਲਿਓਂ ਪੇਚਾਂ ਨੂੰ 3D ਕਰਕੇ ਜਾਵਾਂਗੇ ਅਤੇ ਜਦੋਂ ਆਪਾਂ ਉੱਪਰਲੇ ਲੜਾਂ ਨੂੰ ਕਰਨਾ ਤਾਂ ਆਪਣਾ ਹੱਥ ਥੱਲਿਓਂ ਟੱਚ ਹੋਊਗਾ, ਦੁਬਾਰਾ ਆਪਣੇ ਪੇਚ ਨੇ ਫਿਰ 3D ਤੋਂ ਖਰਾਬ ਹੋ ਜਾਣਗੇ, ਜਾਂ ਪਹਿਲਾਂ ਵਾਲੀ ਹੈ ਨਾ ਅਸਲ ਜਿਹੜੀ ਉਹਨਾਂ ਉਹਦੇ 'ਚ ਆ ਜਾਣਗੇ ਜਿੱਦਾਂ ਆਪਾਂ ਪਹਿਲਾਂ ਲਾਏ ਸੀ। ਸੋ ਇਸ ਕਰਕੇ ਉੱਪਰ ਤੋਂ ਸਟਾਰਟ ਕਰ ਲਓ। ਜਿਹੜਾ ਪੇਚ ਬਣ ਗਿਆ ਨਾ ਉਹਨੂੰ ਟੱਚ ਕਰਨ ਦੀ ਲੋੜ ਹੈ ਨਾ, ਅਤੇ ਬਾਜ ਆਪਣਾ ਨਾਲ ਦੀ ਨਾਲ ਫੇਰਨਾ। ਜਿੱਥੋਂ ਕਿਤੇ ਲੱਗਦਾ ਕੋਈ ਬਲ ਹੈ ਉਹਨੂੰ ਨਾਲ ਦੀ ਨਾਲ ਸੈੱਟ ਕਰਦੇ ਜਾਣਾ, ਅਤੇ 3D ਕਰਕੇ ਜਿਹੜੀ ਇਹਨਾਂ ਦੀ ਸ਼ੇਪ ਆ ਉਹ ਮੇਨਟੇਨ ਕਰ ਲੈਣੀ ਆ। ਸੋ ਆਪਾਂ ਜਿਹੜੇ ਇਹਨਾਂ ਦੇ 6 ਪੇਜ 1 2 3 4 6 ਬਣਾਏ ਸੀਗੇ ਹਾਂਜੀ, ਅਤੇ ਉਹ ਪਹਿਲਾਂ ਜੋ ਵੀਡੀਓ 'ਚ ਦੱਸਿਆ ਸੀ, ਪਹਿਲਾਂ ਇੱਕ ਬੇਸ ਇਹਨਾਂ ਦਾ ਬਣਾ ਕੇ ਰੱਖ ਲੈਣਾ। ਸੋ ਉਹਦੀ ਸਫਾਈ ਤਾਂ ਬਸ ਨਾਲ ਦੀ ਨਾਲ ਹੋਈ ਜਾਂਦੀ ਆ, ਬਸ ਥੋੜ੍ਹੀ ਜਿਹੀ ਮਿਹਨਤ ਆਉਂਦੀ ਆ ਸੈਂਟਰ ਵਾਲੇ ਪਾਰਟ ਤੋਂ, ਜਿੱਥੇ ਆ ਕੇ ਲੜ ਇਕੱਠਾ ਹੁੰਦਾ ਉੱਥੇ ਤੁਸੀਂ ਬਾਜ ਦੇ ਨਾਲ ਉਹਨਾਂ ਦੀ ਸੈਟਿੰਗ ਕਰਨੀ ਆ। ਉਸ ਤੋਂ ਬਾਅਦ ਜਿਹੜਾ ਤੁਹਾਡਾ ਆਪਣਾ ਲਾਸਟ ਲੜ ਆ ਉਹ ਪੂਰਾ ਜਿਹੜਾ ਰੈਡੀ ਹੋ ਜਾਂਦਾ। ਉਹ ਬਹੁਤ ਜ਼ਿਆਦਾ ਵਧੀਆ ਲੁੱਕ ਦਿੰਦਾ, ਚਾਹੇ ਤੁਸੀਂ ਪੇਚਾਂ ਵਾਲੀ ਪੱਗ ਬੰਨ੍ਹਦੇ ਹੋ, ਬਲਾਂ ਵਾਲੀ ਬੰਨ੍ਹਦੇ ਹੋ, 1 ਦੇ 2 ਲੜ ਬਣਾ ਕੇ ਬੰਨ੍ਹਦੇ ਹੋ। ਸੋ ਲੁੱਕ ਜਿਹੜੀ ਆ ਪੱਗ ਨੂੰ ਪੂਰੀ ਵਧੀਆ ਦਿੰਦਾ। ਸੋ ਨਵੀਂ ਚੀਜ਼ ਆ, ਅਗਰ ਆਪਾਂ ਬਾਹਰ ਅੰਦਰ ਬੰਨ੍ਹ ਕੇ ਜਾਂਦੇ ਹਾਂ ਪੱਗ ਹੈ ਨਾ, ਦੇਖਣ ਵਾਲਾ ਸਾਹਮਣੇ ਵਾਲੇ ਦਾ ਵੀ ਮਨ ਖੁਸ਼ ਹੁੰਦਾ, ਅਗਲੇ ਦੇ ਵੀ ਮਨ 'ਚ ਚਾਅ ਪੈਦਾ ਹੁੰਦਾ ਮੈਂ ਵੀ ਇੱਦਾਂ ਦੀ ਪੱਗ ਬੰਨ੍ਹਾਂ ਹੈ ਨਾ, ਅਗਲਾ ਵੀ ਮੋਟੀਵੇਟ ਹੁੰਦਾ ਸਾਡੇ ਤੋਂ। ਸੋ ਨਾਲੇ ਇੱਕ ਆਪਾਂ ਨੂੰ ਵੀ ਨਵਾਂ ਸਟਾਈਲ ਮਿਲ ਜਾਂਦਾ, ਰੋਜ਼ ਰੋਜ਼ ਸੇਮ ਸਟਾਈਲ ਦੀ ਪੱਗ ਬੰਨ੍ਹ ਕੇ ਹੈ ਨਾ। ਬਹੁਤ ਵੀਰ ਇੱਦਾਂ ਦੇ ਆ ਜਿਹੜੇ
ਇੱਕ ਸ਼ੇਪ ਬੰਨ੍ਹਦੇ ਆ, ਸ਼ੇਪ ਨਹੀਂ ਹਿਲਾਉਣਾ ਚਾਹੁੰਦੇ, ਬਟ ਉਹਨਾਂ ਨੂੰ ਐਂ ਹੁੰਦਾ ਕਿ ਇਹਦੇ ਵਿੱਚ ਵੀ ਕੁਛ ਨਵਾਂ ਹੋ ਜਾਵੇ, ਸ਼ੇਪ ਆਪਣੀ ਉਹੀ ਰਹੇ। ਸੋ ਸ਼ੇਪ ਜਿਹੜੀ ਵੀ ਤੁਸੀਂ ਬੰਨ੍ਹਦੇ ਹੋ ਉਹਦੇ ਵਿੱਚ ਤੁਸੀਂ ਜਿਹੜਾ ਆਪਣਾ ਇਹ ਜਿਹੜਾ ਪੇਚ ਆ ਉਹ ਲਾ ਕੇ ਇੱਦਾਂ ਦੀ ਜਿਹੜੀ ਪੱਗ